हाँ जी बेटा जी पहुँच गए जी ਆਪਾਂ ਤੁਹਾਡੇ ਕੋਲ ਪੇਪਰ ਨੰਬਰ 6 ਦੇ ਉੱਤੇ ਪਹੁੰਚ ਗਏ ਜੀ ਖੁਸ਼ ਹੋ ਜਾਓ ਤੁਹਾਡੇ ਕੋਲ ਠੀਕ ਹੈ ਜੀ ਸੋ ਦੇਖੋ ਸਿੰਪਲ ਜੀ ਗੱਲ ਹੈ ਨੈਟ ਤੇ ਹੋ ਸਕਦਾ ਹੋਰ ਵੀ ਕਈ ਥਾਂ ਤੇ ਐਸਐਸ ਦੇ ਸੋਲੂਸ਼ਨ ਹੋਣ ਬਟ ਮੇਰੀ ਕੋਸ਼ਿਸ਼ ਇਹ ਹੈ ਕਿ ਹਰ ਕੁਐਸਚਨ ਦੀ ਤੁਹਾਨੂੰ ਹਰੇਕ ਦੀ ਐਕਸਪਲੇਨੇਸ਼ਨ ਮਿਲੇ ਜਿਹਦੀ ਚਾਹੀਦੀ ਹੈ ਕਿਸੇ ਦੀ ਨਹੀਂ ਵੀ ਹੁੰਦੀ ਕੋਈ ਫੈਕਚੁਅਲ ਕੁਐਸਚਨ ਹੁੰਦੇ ਨੇ ਫੈਕਚੁਅਲ ਕੁਐਸਚਨ ਤਾਂ ਦਾ ਮਤਲਬ ਹੁੰਦਾ ਕਿ ਉਹਦਾ ਆਨਸਰ ਇੱਕ ਫੈਕਟ ਹੈ ਜਿਹੜਾ ਤੁਸੀਂ ਯਾਦ ਕਰਨਾ ਹੈ ਬਟ ਅਦਰਵਾਈਜ਼ ਤੁਹਾਡੇ ਕੋਲ ਜਿਹੜਾ ਹੈਗਾ ਏ ਬਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਵੇਂ ਹੈਗਾ ਸੋ ਪਹਿਲਾ ਕੁਐਸਚਨ ਆਪਾਂ ਦੇਖੀਏ ਤੁਹਾਡੇ ਕੋਲ ਸੋ ਇਹ ਪੇਜ ਜਿਹੜਾ ਹੈਗਾ ਜੀ ਪੇਜ ਨੰਬਰ 100 ਹੈ ਮੈਂ ਦੱਸ ਦਿੱਤਾ ਚਾਹੇ ਪੇਪਰ ਨੰਬਰ 6 ਹੈ ਪਰ ਮੈਂ ਪੇਜ ਲਿਖਦਾ ਹੁੰਨਾ ਕਿਉਂਕਿ ਕਮੈਂਟ ਵਿੱਚ ਆਂਦਾ ਸਰ 92 ਕਰਾ ਦਿਓ ਜੀ ਸਰ 95 ਕਰਵਾ ਦਿਓ ਜੀ ਤੁਹਾਡੇ ਕੋਲ ਉਸ ਕਰਕੇ ਜਿਹੜਾ ਹੈਗਾ ਫਿਰ ਮੈਂ ਪੇਜ ਦੱਸ ਦਿੰਦਾ ਵੀ ਹਾਂ ਜਿਸ ਨੇ ਕੋਈ ਡਿਮਾਂਡ ਰੱਖੀ ਸੀਗੀ ਉਹਦੀ ਪੂਰੀ ਹੋ ਗਈ ਉਹਦਾ ਪੇਜ ਨੰਬਰ 100 ਪੂਰਾ ਹੋ ਗਿਆ ਠੀਕ ਹੈ ਜੀ ਸੋ ਮੈਂ ਕੋਸ਼ਿਸ਼ ਕਰਦਾ ਹੁੰਨਾ ਵੀ ਜਿਹੜਾ ਹੈਗਾ ਕਮੈਂਟ ਕਿਸੇ ਨੇ ਪਾਇਆ ਹੈਗਾ ਤਾਂ ਉਹਦਾ ਜੇ ਕੁਐਸਚਨ ਪਾਇਆ ਤਾਂ ਉਹਦਾ ਜਵਾਬ ਦੇ ਦਿਓ ਕਈ ਵਾਰ ਤੁਸੀਂ ਥੈਂਕ ਯੂ ਲਿਖ ਦਿੰਦੇ ਹੋ ਚਲੋ ਖੁਸ਼ ਹੋ ਜਾਂਦਾ ਬੰਦਾ ਤੁਹਾਡੇ ਕੋਲ ਠੀਕ ਹੈ ਚਲੋ ਆਪਾਂ ਕਹਿੰਦੇ ਭੂਮਾ ਦੀ ਰੇਖਾ ਤੇ 1 ਡਿਗਰੀ ਅਕਸ਼ਾਂਸ਼ ਦੂਰੀ ਕਿੰਨੇ ਕਿਲੋਮੀਟਰ ਹੁੰਦੀ ਹੈ ਫੈਕਚੁਅਲ ਕੁਐਸਚਨ ਹੈ 111 ਕਿਲੋਮੀਟਰ ਹੁੰਦੀ ਹੈ ਸਿੱਧਾ ਯਾਦ ਰੱਖਣਾ ਤਕਸ਼ਿਲਾ ਪੁਰਾਤਨ ਭਾਰਤ ਵਿੱਚ ਸਿੱਖਿਆ ਦਾ ਕੇਂਦਰ ਸੀ ਲੱਖਾਂ ਵਿਦਿਆਰਥੀ ਵਿਸ਼ੇਸ਼ ਵਿਦਿਆ ਗ੍ਰਹਿਣ ਕਰਦੇ ਸਨ ਨਕਸ਼ੇ ਵਿੱਚ ਧਿਆਨ ਨਾਲ ਦੇਖੋ ਤੇ ਉਸ ਅੰਕ ਦੀ ਚੋਣ ਕਰੋ ਠੀਕ ਹੈ ਆਪਣੀ ਬੁੱਕ ਵਿੱਚੋਂ ਦੇਖੋ ਫਿਰ ਦੁਬਾਰਾ ਬੋਲ ਰਹੇ ਹਾਂ ਸਕੈਨ ਕੀਤਾ ਪਾਰਟ ਮੇਰੇ ਕੋਲ ਨਹੀਂ ਹੈ ਪਰ ਜਦੋਂ ਤੁਸੀਂ ਦੇਖੋਗੇ ਇੱਥੋਂ 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 ਅਗਲੇ ਨੇ ਇੰਡੀਆ ਕਰਤਾ ਠੀਕ ਹੈ ਐਵੇਂ ਐਵੇਂ ਕਰਤਾ ਤਾਂ ਆਹ ਜਿਹੜਾ ਇੱਕ ਆ ਇਹ ਬਾਹਰ ਹੈ ਤੇ ਜਿਹੜੀ ਤਕਸ਼ਿਲਾ ਹੈ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਨਾ ਪਾਕਿਸਤਾਨ 'ਚ ਹੈ ਰਵਲ ਪਾਕਿਸਤਾਨ ਠੀਕ ਹੈ ਚਲੋ ਤਾਂ ਪਾਕਿਸਤਾਨ ਦੇ ਵਿੱਚ ਹੈਗੀ ਹੈ ਤੁਹਾਡੇ ਕੋਲ ਤਾਂ ਇਹਦਾ ਮਤਲਬ ਹੈ ਭਾਰਤ ਦੇ ਨਕਸ਼ੇ ਤੋਂ ਤਾਂ ਬਾਹਰ ਹੀ ਹੋਊਗੀ ਨਾ ਸੋ ਇਹਦਾ ਮਤਲਬ ਤੁਸੀਂ ਆਪਸ਼ਨ ਕੀ ਸਿਲੈਕਟ ਕਰੋਗੇ ਤੁਸੀਂ ਮੈਪ ਨੂੰ ਧਿਆਨ ਨਾਲ ਦੇਖੋ 2 3 4 ਇਹ ਤਿੰਨੇ ਭਾਰਤ ਦੇ ਅੰਦਰ ਨੇ ਪਾਕਿਸਤਾਨ ਭਾਰਤ ਦੇ ਅੰਦਰ ਥੋੜੀ ਹੈ ਤਾਂ ਪਾਕਿਸਤਾਨ ਬਾਹਰ ਹੈ ਇਸ ਕਰਕੇ ਇੱਕ ਕਰੋਗੇ ਤਾਂ ਖਿਆਲ ਰੱਖਣਾ ਤੁਹਾਡੇ ਕੋਲ ਰਾਵਲਪਿੰਡੀ ਤੋਂ 25 ਕਿਲੋਮੀਟਰ ਦੂਰ ਹੈਗੀ ਹੈ ਤਕਸ਼ਿਲਾ ਤੁਹਾਡੇ ਪਾਸ ਠੀਕ ਹੈ ਹੁਣ ਤਾਂ ਖੰਡਰ ਰਹਿ ਗਏ ਠੀਕ ਹੈ ਸੋ ਜਿਹੜਾ ਹੈਗਾ ਪੁਰਾਤਨ ਦੀ ਗੱਲ ਹੋ ਰਹੀ ਸੀ ਸਾਡੇ ਪਿੰਡ ਦਾ ਸਰਪੰਚ ਪਿੰਡ ਦੀਆਂ ਗਲੀਆਂ ਪੱਕੀਆਂ ਕਰਨੀਆਂ ਚਾਹੁੰਦਾ ਹੈ ਪਰ ਉਸ ਕੋ ਪੈਸੇ ਨਹੀਂ ਹਨ ਦੱਸੋ ਇੰਨੇ ਜ਼ਿਆਦਾ ਪੈਸੇ ਕਿੱਥੋਂ ਮਿਲ ਸਕਦੇ ਹਨ ਠੀਕ ਹੈ ਜੀ ਤਾਂ ਸਰਕਾਰ ਤੋਂ ਗ੍ਰਾਂਟ ਮਿਲਦੀ ਹੈ ਜੀ ਜ਼ਮੀਨਾਂ ਦੁਕਾਨਾਂ ਤੇ ਕਰ ਨਹੀਂ ਲਗਾ ਸਕਦਾ ਮੇਲਿਆਂ ਤੋਂ ਆਮਦਨ ਨਹੀਂ ਹੋ ਸਕਦੀ ਠੀਕ ਹੈ ਜੀ ਸ਼ਾਮਲਾਟ ਜ਼ਮੀਨ ਤੋਂ ਮਾੜੀ ਮੋਟੀ ਹੋ ਸਕਦੀ ਹੈ ਕਹਿੰਦਾ ਜ਼ਮੀਨਾਂ ਦੁਕਾਨਾਂ ਤੇ ਕਰ ਲਗਾ ਕੇ ਸੋ ਦੇਖੋ ਟੈਕਸ ਤਾਂ ਨਹੀਂ ਸਰਪੰਚ ਲਗਾ ਸਕਦਾ ਹੁੰਦਾ ਟੈਕਸ ਤਾਂ ਸਰਕਾਰ ਲਗਾ ਸਕਦੀ ਹੁੰਦੀ ਹੈ ਠੀਕ ਹੈ ਤਾਂ ਜਿਹੜਾ ਹੈਗਾ ਮੇਲਿਆਂ ਤੋਂ ਆਮਦਨ ਹੋ ਸਕਦਾ ਕਈ ਵਾਰ ਉਹ ਵੀ ਕਿੱਦਾਂ ਹੁੰਦੀ ਹੈ ਤੁਹਾਡੇ ਕੋਲ ਉਹ ਸਾਰੇ ਪਿੰਡਾਂ 'ਚ ਨਹੀਂ ਹੋ ਸਕਦੀ ਕਈ ਵਾਰ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਹੁੰਦੀ ਹੈ ਤੇ ਸ਼ਾਮਲਾਟ ਜ਼ਮੀਨ ਆਪਾਂ ਕਿਰਾਏ ਤੇ ਦੇ ਦਈਏ ਕਿਸੇ ਨੇ ਉੱਥੇ ਝੂਲੇ ਲਾਣੇ ਆ ਕੁਛ ਲਾਣਾ ਕੁਛ ਆਮਦਨ ਹੋ ਜੇ ਬਟ ਨਾਟ ਏ ਪ੍ਰੋਪਰ ਸੋਰਸ ਆਪਾਂ ਜਦੋਂ ਪਿੰਡਾਂ ਦੀ ਗੱਲ ਕਰਦੇ ਹਾਂ ਤੇ ਸਾਡੇ ਪਿੰਡਾਂ ਦਾ ਸਾਡੇ ਪਿੰਡ ਦਾ ਮਤਲਬ ਸਪੈਸੀਫਿਕਲੀ ਸਾਡੇ ਪਿੰਡ ਮੈਂ ਗੱਲ ਕਰ ਰਿਹਾ ਤਾਂ ਮੇਰੇ ਪਿੰਡ ਦੀ ਹੋਊਗੀ ਤੁਸੀਂ ਕਰ ਰਹੇ ਹੋ ਤਾਂ ਸਾਰੇ ਪਿੰਡਾਂ 'ਚ ਸ਼ਾਮਲਾਟ ਜ਼ਮੀਨ ਨਹੀਂ ਹੁੰਦੀ ਇਹਦਾ ਮਤਲਬ ਸੋਲ ਡਿਪੈਂਡੈਂਸੀ ਜਿਹੜੀ ਹੈ ਸਾਡੀ ਉਹ ਸਰਕਾਰੀ ਗ੍ਰਾਂਟ ਤੇ ਹੀ ਹੁੰਦੀ ਹੈ ਸੋ ਇੱਥੇ ਥੋੜਾ ਜਿਹਾ ਖਿਆਲ ਰੱਖਣਾ ਹੈ ਆਪਾਂ ਨੇ ਤੁਹਾਡੇ ਕੋਲ ਬਈ ਆਪਾਂ ਕਈ ਵਾਰ ਐ ਹੁੰਦਾ ਕਿ ਤੁਹਾਡੇ ਪਿੰਡ 'ਚ ਹੋ ਸਕਦਾ ਆਮਦਨ ਸ਼ਾਮਲਾਟ ਜ਼ਮੀਨ ਦੀ ਜ਼ਿਆਦਾ ਹੋਵੇ ਤੁਸੀਂ ਹੇਠਲੀ ਟਿਕ ਕਰ ਦਿਓ ਪਰ ਟਿਕ ਉਹ ਕਰੀ ਦੀ ਹੁੰਦੀ ਹੈ ਜੋ ਲਗਭਗ ਸਾਰੇ ਪਿੰਡਾਂ ਦੇ ਵਿੱਚ ਟਰੂ ਹੈ ਰਾਹੁਲ ਆਪਣੇ ਦੋਸਤਾਂ ਨਾਲ ਸਮੁੰਦਰ ਦੇ ਕੰਢੇ ਘੁੰਮ ਰਿਹਾ ਸੀ ਅਚਾਨਕ ਸਮੁੰਦਰ ਵਿੱਚ ਛੱਲਾਂ ਉੱਠਦੀਆਂ ਹਨ ਕੁਝ ਹੀ ਪਲਾਂ ਵਿੱਚ ਕੰਢਿਆਂ ਤੇ ਟਕਰਾਉਣ ਲੱਗਦੀਆਂ ਹਨ ਇਸ ਕੁਦਰਤੀ ਆਫਤ ਦਾ ਨਾਂ ਕੀ ਹੈ ਤੁਹਾਡੇ ਕੋਲ ਠੀਕ ਹੈ ਜੀ ਸੋ ਦੇਖੋ ਅਚਾਨਕ ਸਮੁੰਦਰ ਵਿੱਚ ਛੱਲਾਂ ਉੱਠਦੀਆਂ ਹਨ ਜੋ ਕੁਝ ਹੀ ਪਲਾਂ ਵਿੱਚ ਕੰਢੇ ਤੇ ਟਕਰਾਉਣ ਲੱਗੀਆਂ ਹਨ ਠੀਕ ਹੈ ਤੋ ਜਿਹੜਾ ਹੈਗਾ ਤੁਹਾਡੇ ਕੋਲ ਸੋ ਦੇਖੋ ਸਿੰਪਲ ਜੀ ਗੱਲ ਹੈ ਜਵਾਲਾਮੁਖੀ ਫਟਣਾ ਵਾਲੀ ਆਪਸ਼ਨ ਨਹੀਂ ਹੋ ਸਕਦੀ ਤੁਹਾਡੇ ਕੋਲ ਠੀਕ ਹੈ ਤੇ ਜਿਹੜਾ ਹੈਗਾ ਹੈ ਤੁਹਾਡੇ ਕੋਲ ਭੂਚਾਲ ਅਗਰ ਧਰਤੀ ਤੇ ਆਂਦਾ ਤਾਂ ਭੂਚਾਲ ਕਹਿੰਦੇ ਆ ਸੋ ਸਾਡੇ ਕੋਲ ਦੋ ਆਪਸ਼ਨਸ ਹੁੰਦੀਆਂ ਨੇ ਠੀਕ ਹੈ ਜੀ ਇੱਕ ਸੁਨਾਮੀ ਤੇ ਇੱਕ ਜਵਾਰ ਭਾਟਾ ਠੀਕ ਹੈ ਜਵਾਰ ਭਾਟੇ ਵਿੱਚ ਵੀ ਛੱਲਾਂ ਵੱਜਦੀਆਂ ਨੇ ਠੀਕ ਹੈ ਬਟ ਜਿਹੜਾ ਹੈਗਾ ਕੁਝ ਹੀ ਪਲਾਂ ਦੀ ਗੱਲ ਕਹਿ ਰਿਹਾ ਤਾਂ ਸੁਨਾਮੀ ਜਿਹੜੀ ਹੈਗੀ ਹੈ ਇੱਥੇ ਬੈਟਰ ਆਪਸ਼ਨ ਹੈਗੀ ਹੈ ਜ਼ਿਆਦਾ ਡਿਸਟਰਕਟਿਵ ਹੁੰਦਾ ਸੁਨਾਮੀ ਵੀ ਤੁਸੀਂ ਐਂ ਕਹਿ ਲਓ ਸਮੁੰਦਰ 'ਚ ਭੂਚਾਲ ਆਉਂਦਾ ਠੀਕ ਹੈ ਜੀ ਸੋ ਜਿਹੜਾ ਹੈਗਾ ਤੁਹਾਡੇ ਕੋਲ ਮੇਰੇ ਜਨਮ ਸਮੇਂ ਧਰਤੀ ਦੇ ਅੰਦਰਲਾ ਮੈਗਮਾ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਣ ਕਰਕੇ ਧਰਤੀ ਦੀ ਪੋਲੀ ਸਤ੍ਹਾ ਤੋਂ ਬਾਹਰ ਵੱਲ ਜ਼ੋਰ ਨਾਲ ਨਿਕਲਿਆ ਜੋ ਕਿ ਧਰਤੀ ਦੀ ਬਾਹਰਲੀ ਸਤ੍ਹਾ ਤੇ ਠੰਡਾ ਹੋ ਗਿਆ ਜਦੋਂ ਮੈਂ ਬਣ ਰਹੀ ਸਾਂ ਤਾਂ ਹਵਾ ਦੇ ਬੁਲਬੁਲੇ ਸਨ ਦੱਸੋ ਮੈਂ ਕਿਹੜੀ ਚਟਾਨ ਆ ਇਗਨੀਸ਼ਨ ਰੌਕਸ ਹੁੰਦੀਆਂ ਜੀ ਅਗਨੀ ਚਟਾਨਾਂ ਬਣਦੀਆਂ ਨੇ ਸੋ ਬਾਹਰ ਵੇਦੀ ਅਗਨੀ ਚਟਾਨਾਂ ਹੋ ਗਈਆਂ ਕਿਉਂਕਿ ਤੁਸੀਂ ਜਿਹੜਾ ਹੈਗਾ ਤੁਹਾਡੇ ਕੋਲ ਠੀਕ ਹੈ ਜੀ ਸੋ ਇਹ ਵੀ ਬਣ ਗਈ ਜੀ ਤੁਹਾਡੇ ਕੋਲ ਠੀਕ ਹੈ ਜੀ ਸੋ ਮੈਗਮਾ ਜਦੋਂ ਮੇਰੇ ਜਨਮ ਸਮੇਂ ਧਰਤੀ ਦੇ ਅੰਦਰਲਾ ਮੈਗਮਾ
बाहर निकलिया, मेरे जन्म मैंने चट्टान बोल रही है जी ये, ठीक है। धरती की बाहरली सतह ते डिगा, हवा दे बुलबुले सन तो फिर बाहर बीती, ठीक है। लोकतंत्र की सफलता ਲਈ एक खास की चीज़ की जरूरत होंगी है, इन्हां तिन्हां सो सूझवान नागरिक चाहिए जी, समझदार नागरिक चाहिए तो अनुशासित, इक्के भरनी है तो सारिਆਂ 'ਚ नागरिक भर लो, ठीक है जी। सो ये वाली चीज़ होगी जी, नहीं तो फिर थोनों ऑप्शन ऐ देने चाहिए सी, सूझवान कुछ होर ते जिहड़ा आह तो अनुशासित, तो मतलब उत्थे 3-3 डैशां इक्को लाइन 'ਚ चाहिए सी। सो इस करके इत्थे तो फिर नागरिक ही आऊगा। राजपाल दे चुने जाण लई किहड़ियां योग्यतावां होणियां जरूरी हैं, ठीक है जी। सो किहड़ियां योग्यता होना चाहिए, भारत का नागरिक होवे, सब कुछ है जी, ये सारियां च चीज़ां ही चाहिए ने। खपतकारां नाल संबंधित किहड़ा विज्ञान है, खपतकार कंज्यूमर, कंज्यूमर नाल संबंधित ਉਹੀ चीज़ होगी ਜਿਹੜੀ ਆਪਾਂ ਉਹਨੂੰ ਵੇਚਣੀ है, ठीक है जी। सो ਇਹਦਾ मतलब हैगा ਇਹ ਤੁਹਾਡੇ ਕੋਲ ਇਸ ਕੇਸ ਦੇ ਵਿੱਚ ਆਪਾਂ ਦੇਖੀਏ ਕਿ ਵਪਾਰਕ ਵਿਗਿਆਨ ਹੋਏਗਾ, ਵੀ ਵਪਾਰ ਨਾਲ ਚੀਜ਼ਾਂ ਸਾਰੀਆਂ, ਤੁਸੀਂ ਕਹੋਗੇ ਵੀ ਕੋਲਗੇਟ ਦੀ ਐਡ ਆਉਂਦੀ ਹੈ, ਠੀਕ ਹੈ, ਤਾਂ ਵੀ ਉਹ ਵੀ ਵਪਾਰਕ ਵਿਗਿਆਨ ਹੀ ਹੈ ਤੁਹਾਡੇ ਕੋਲ, ਠੀਕ ਹੈ। ਖਪਤਕਾਰ ਨਾਲ ਸੰਬੰਧਿਤ ਹੈ, ਬਾਰਨਵੀਟੇ ਦੀ ਆਉਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਹੋ ਗਈਆਂ। ਵਸਤੂਆਂ ਨੂੰ ਵੱਡੇ ਪੱਧਰ ਤੇ ਖਰੀਦ ਕੇ ਉਹਨਾਂ ਦਾ ਭੰਡਾਰਨ ਕਰਕੇ ਉਹਨਾਂ ਨੂੰ ਥਾਂ ਸਿਰ ਪਹੁੰਚਾ ਕੇ ਪੈਕਿੰਗ ਕਰਕੇ ਵੇਚਣ ਵਾਲਾ ਜਿਹੜਾ ਹੈਗਾ ਕੰਮ ਹੈ ਉਹ ਕਿਸ ਵਪਾਰੀ ਦਾ ਹੈਗਾ, ਠੀਕ ਹੈ ਜੀ। ਸਰਕਾਰ ਦਾ ਤਾਂ ਹੈ ਨਹੀਂਗਾ, ਪਹਿਲੀ ਆਪਸ਼ਨ ਤਾਂ ਵੈਸੇ ਹੀ ਕੱਟੀ ਗਈ, ਠੀਕ ਹੈ। ਗਾਹਕ ਦਾ ਕੰਮ ਵੀ ਨਹੀਂ ਹੈ, ਹੁਣ ਇੱਕ ਪਰਚੂਨ ਆ ਗਿਆ, ਇੱਕ ਥੋਕ ਆ ਗਿਆ। ਵੱਡੇ ਪੱਧਰ ਤੇ, ਵੱਡੇ ਪੱਧਰ ਵਾਲਾ ਹਮੇਸ਼ਾ ਥੋਕ ਦਾ ਵਪਾਰੀ ਹੁੰਦਾ ਹੈਗਾ। ਸੋ ਇਹ ਆਪਾਂ ਨੂੰ ਪਤਾ ਲੱਗ ਗਿਆ ਤੁਹਾਡੇ ਕੋਲ। ਅਸਥਿਰ ਵਿਕਰੇਤਾ ਹੇਠ ਚੀਜ਼ਾਂ, ਹੇਠ ਲਿਖੀਆਂ ਚੀਜ਼ਾਂ ਵੇਚਦੇ ਹਨ, ਠੀਕ ਹੈ ਜੀ। ਅਸਥਿਰ ਮੈਨੂੰ ਫਿਕਸ ਨੀਗਾ, ਤਾਂ ਖਿਡੌਣੇ, ਸਬਜ਼ੀਆਂ, ਫਲ ਮਤਲਬ ਤੁਰ ਫਿਰ ਕੇ ਵੇਚਣ ਵਾਲੀਆਂ ਹੈਗੀਆਂ, ਕਿਸੇ ਇੱਕ ਜਗ੍ਹਾ ਤੇ ਉਹਨਾਂ ਦਾ ਮੌਲ ਨਹੀਂ, ਉਹਨਾਂ ਦੀ ਦੁਕਾਨ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਹੀ ਵੇਚਦੇ ਆ ਜੀ ਤੁਹਾਡੇ ਕੋਲ ਇਹ ਫਲ, ਸਬਜ਼ੀਆਂ, ਖਿਡੌਣੇ। ਤੁਸੀਂ ਦੇਖਿਆ ਹੋਣਾ ਖਿਡੌਣੇ ਵਾਲੇ ਵੀ 10 ਰੁਪਏ 10 ਰੁਪਏ ਵਾਲੇ ਕਈ ਸਾਰੇ। ਰੂਬੀ ਕੋਲ 10 ਲੱਖ ਰੁਪਏ ਦੀ ਪੂੰਜੀ ਹੈ ਨਾ। ਇਸ ਪੈਸੇ ਦੀ ਮਦਦ ਨਾਲ ਡੇਅਰੀ ਉਦਯੋਗ ਸਥਾਪਿਤ ਕੀਤਾ ਹੈ। ਆਕਾਰ ਅਤੇ ਪੂੰਜੀ ਦੇ ਹਿਸਾਬ ਨਾਲ ਕਿਹੜਾ 10 ਲੱਖ ਰੁਪਏ ਵਾਲਾ ਨਾ, 10 ਲੱਖ ਰੁਪਏ ਤੇ ਛੋਟੇ ਪੈਮਾਨੇ ਦਾ ਉਦਯੋਗ ਹੀ ਹੁੰਦਾ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਹ ਆ ਜਾਊਗਾ ਜੀ ਛੋਟੇ ਪੈਮਾਨੇ ਦਾ ਉਦਯੋਗ, ਠੀਕ ਹੋ ਗਿਆ ਜੀ। ਅੱਗੇ ਚੱਲੀਏ, ਕਹਿੰਦਾ ਆਹ ਢੁਕਵੇਂ ਦੀ ਸਾਂਝੀ ਖੇਤੀ ਜਿਹੜੀ ਹੈ ਸੋਵੀਅਤ ਸੰਘ 'ਚ ਹੁੰਦੀ ਹੈ, ਠੀਕ ਹੈ। ਵਿਸ਼ਾਲ ਖੇਤੀ ਖੁਸ਼ ਖੇਤੀ ਰਾਜਸਥਾਨ 'ਚ ਹੁੰਦੀ ਹੈ। ਸੋ ਸਥਾਨੰਤਰੀ ਮੈਨੂੰ ਕਹਿੰਦਾ ਥਾਂ ਬਦਲ ਕੇ, ਇਹ ਗਲਤ ਹੈ। ਸੋ ਚੀਨ ਵਿੱਚ ਵੀ ਇੱਕ ਥਾਂ 'ਤੇ ਚੀਜ਼ਾਂ ਖੇਤੀ ਹੁੰਦੀ ਹੈ ਜ਼ਿਆਦਾਤਰ। ਸੋ ਆਹ ਜਿਹੜੀ ਕਾਟੀਆਂ ਲੱਗੀਆਂ ਹੋਈਆਂ ਨੇ, ਆਹ ਏਰੀਆ ਦੇਖਣਾ, ਇਹ 'ਚ ਭਾਰਤ ਵੀ ਹੈ, ਠੀਕ ਹੈ। ਵੱਧ ਵਸੋਂ ਵਾਲੇ ਖੇਤਰ ਦਿਖਾਏ ਗਏ ਹਨ, ਭਾਰਤ ਆ ਇੱਥੇ ਚੀਨ ਹੈ ਤੁਹਾਡੇ ਕੋਲ। ਸੋ ਭਾਰਤ ਅਤੇ ਚੀਨ ਨੇ ਜੀ ਤੁਹਾਡੇ ਕੋਲ ਵੱਧ ਵਸੋਂ ਵਾਲੇ ਖੇਤਰ, ਠੀਕ ਹੈ। ਜੰਗਲ ਦੀ ਅੱਗ ਅਤੇ ਭੂ ਖਿਸਕਣ ਕਿੱਦਾਂ ਦੀਆਂ ਆਫਤਾਂ ਹਨ, ਠੀਕ ਹੈ। ਕੁਦਰਤੀ ਆਫਤਾਂ ਨੇ ਜੀ, ਜੰਗਲ 'ਚ ਅੱਗ ਵੀ ਕੁਦਰਤੀ ਤੌਰ 'ਤੇ ਲੱਗਦੀ ਹੈਗੀ ਹੈ, ਠੀਕ ਹੈ ਜੀ। ਸੋ ਜਿਹੜਾ ਹੈਗਾ ਇਹ ਤੁਹਾਡੇ ਕੋਲ ਇਹ ਵਾਲੀ ਆਪਸ਼ਨ ਸਾਡੀ 2 ਹੋਊਗੀ, ਠੀਕ ਹੋ ਗਿਆ ਜੀ। ਸੋ ਚਲਿਏ ਜੀ ਅੱਗੇ ਆਪਾਂ ਤੁਹਾਡੇ ਕੋਲ ਜਿਹੜਾ ਹੈਗਾ ਹੈ, ਸੋ ਕੁਦਰਤੀ ਆਫਤਾਂ ਵਾਲਾ ਵੀ ਆਪਾਂ ਨੇ ਕੁਐਸਚਨ ਕਰ ਲਿਆ, ਠੀਕ ਹੈ। ਸੋ ਅੱਗੇ ਦੇਖੋ ਜੀ ਕੀ ਹੈਗਾ ਕੁਐਸਚਨ ਤੁਹਾਡੇ ਕੋਲ। ਸੋ ਇੱਕ ਵੀਡੀਓ ਆਪਾਂ ਕਰਾਂਗੇ ਤੁਹਾਡੇ ਕੋਲ ਕੁਐਸਚਨ ਨੰਬਰ 18 ਤੇ ਖਤਮ, ਠੀਕ ਹੈ। ਕਮਲ ਨੇ ਐਲੂਮੀਨੀਅਮ ਬਣਾਉਣਾ ਚਾਹੁੰਦਾ ਹੈ ਕਿਸ ਪਦਾਰਥ ਦੀ? ਐਲੂਮੀਨੀਅਮ ਦੀ ਔਰ ਦੀ ਲੋੜ ਪਏਗੀ, ਐਲੂਮੀਨੀਅਮ ਦੀ ਔਰ ਬਕਸਾਈਟ ਹੈ ਜੀ, ਸਾਇੰਸ ਵਿੱਚ ਤੁਸੀਂ ਪੜ੍ਹਦੇ ਹੋ, ਠੀਕ ਹੈ। ਸੁਖਪ੍ਰੀਤ ਕੋਲ 100 ਕਿੱਲੇ ਜ਼ਮੀਨ ਹਨ, ਕਿੱਲਿਆਂ ਨੂੰ ਧਿਆਨ ਨਾਲ ਦੇਖਿਓ ਜੀ। ਉਹ ਉੱਤੇ ਵਾਹੀ ਕਰਦਾ ਹੈ, ਵਾਹੀ ਲਈ ਹੈਲੀਕਾਪਟਰ, ਆਧੁਨਿਕ ਮਸ਼ੀਨਰੀ। ਹੈਲੀਕਾਪਟਰ ਨੂੰ ਕਿੱਦਾਂ ਯੂਜ਼ ਕਰਦਾ ਇਹ ਤਾਂ ਪਤਾ ਨਹੀਂ, ਠੀਕ ਹੈ। ਸੋ ਇਹ ਕਹਿੰਦਾ ਹੈਲੀਕਾਪਟਰ ਤੇ ਆਧੁਨਿਕ ਮਸ਼ੀਨਰੀ ਜਿਹੜੀ ਹੈਗੀ ਹੈ ਯੂਜ਼ ਹੁੰਦੀ ਹੈ। ਤਾਂ ਮਿਸ਼ਰਤ ਖੇਤੀ ਨਹੀਂ ਹੈ, ਨਿੱਜੀ ਖੇਤੀ ਵੀ ਨਹੀਂ ਆਊਗਾ, ਬਾਗਾਤੀ ਖੇਤੀ ਵੀ ਨਹੀਂ ਆਊਗਾ। ਸੋ ਵਿਸ਼ਾਲ ਖੇਤੀ ਹੋਊਗਾ ਕਿ ਬੜਾ ਵੱਡਾ ਕੰਮ ਹੈ ਇਹਦਾ, ਕਿਉਂਕਿ 100 ਕਿੱਲੇ ਨੇ ਜੀ, ਇੱਕ ਕਿੱਲੇ 96 ਵਿਸਵੇ ਹੁੰਦੇ ਆ, ਠੀਕ ਹੈ। ਤਾਂ ਬਹੁਤ ਵੱਡੀ ਖੇਤੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਸੋ ਵਿਸ਼ਾਲ ਖੇਤੀ ਲਾ ਲਓ ਜੀ। ਬਾਕੀ ਤੁਹਾਨੂੰ ਹੀ ਪਤਾ ਹੈਲੀਕਾਪਟਰ ਕਿਵੇਂ ਯੂਜ਼ ਹੋਣਾ। ਉਹ ਕਿਹੜੀਆਂ ਫਸਲਾਂ ਹਨ ਜਿਨ੍ਹਾਂ ਨੂੰ ਪੀਣ ਤੋਂ ਬਾਅਦ ਅਸੀਂ ਚੁਸਤੀ ਫੁਰਤੀ ਮਹਿਸੂਸ ਕਰਦੇ ਹਾਂ? ਚਾਹ ਹੀ ਪੀਂਦੇ ਹਾਂ ਆਪਾਂ, ਹੋਰ ਕਿਹੜੀ ਫਸਲ ਪੀਂਦੇ ਹਾਂ? ਚਾਹ ਕੌਫੀ ਆ ਗਈ ਤੁਹਾਡੇ ਕੋਲ, ਠੀਕ ਹੈ। ਗੌਰਵ ਨੇ ਆਪਣੇ ਦਾਦਾ ਜੀ ਕੋ ਪੁਰਾਤਨ ਕਾਂਸੇ ਦੇ ਸਿੱਕੇ ਦੇਖੇ, ਤੁਸੀਂ ਦੱਸੋ ਕਿ ਇਹਨਾਂ ਸਿੱਕਿਆਂ ਤੋਂ ਮੱਧਕਾਲੀਨ ਯੁੱਗ ਵਿੱਚ ਕਿਹੜੀ ਦਸ਼ਾ ਦਾ ਪਤਾ ਲੱਗਦਾ ਸੀ? ਹੁਣ ਇੱਥੇ ਥੋੜ੍ਹਾ ਜਿਹਾ ਇਹ ਵੀ ਹੋਏਗਾ, ਕਿਉਂਕਿ ਇਹ ਦੋਨੋਂ ਤਿੰਨੋਂ ਚੀਜ਼ਾਂ ਆ ਜਾਂਦੀਆਂ ਇਹਦੇ ਵਿੱਚ। ਦਾਦਾ ਜੀ ਕੋ ਪੁਰਾਤਨ ਕਾਂਸੇ ਦੇ ਸਿੱਕੇ ਦੇਖੇ, ਇੱਕ ਤਾਂ ਸਿੱਕੇ ਜਿਹੜੇ ਸੀਗੇ ਐਜ਼ ਏ ਕਰੰਸੀ ਚੱਲਦੇ ਸੀ, ਇਹਦਾ ਮਤਲਬ ਸਿੱਕਿਆਂ ਤੋਂ ਤੁਹਾਨੂੰ ਆਰਥਿਕ ਦਸ਼ਾ ਦਾ ਪਤਾ ਲੱਗ ਜੂਗਾ ਤੁਹਾਡੇ ਪਾਸ, ਠੀਕ ਹੈ। ਸਿੱਕੇ ਦੇਖੇ ਤੁਸੀਂ ਤੁਹਾਡੇ ਕੋਲ ਜਿਹੜਾ ਹੈਗਾ ਪੁਰਾਤਨ, ਠੀਕ ਹੈ। ਉਹ ਤੋਂ ਆਪਾਂ ਨੂੰ ਪਤਾ ਲੱਗ ਗਿਆ ਤੁਹਾਡੇ ਪਾਸ ਵੀ ਕੀ ਆਪਾਂ ਯੂਜ਼ ਕਰਦੇ ਸੀਗੇ ਤੁਹਾਡੇ ਕੋਲ, ਠੀਕ ਹੈ ਜੀ। ਧਾਰਮਿਕ ਦਸ਼ਾ ਦਾ ਤਾਂ ਸ਼ੋਰਲੀ ਨਹੀਂ ਪਤਾ ਲੱਗਦਾ ਤੁਹਾਡੇ ਕੋਲ। ਬਾਹਰ ਟਰਾਲੀ ਦੀ ਆਵਾਜ਼ ਆ ਰਹੀ ਹੈ ਜੀ, ਸੋ ਇੱਕ ਮਿੰਟ, ਠੀਕ ਹੈ। ਹਾਂ, ਕਈ ਤੁਹਾਡੇ ਸਿੱਕੇ ਇੱਦਾਂ ਦੇ ਹੋਣਗੇ ਜਿੱਥੋਂ ਤੁਹਾਨੂੰ ਰਾਜਨੀਤਿਕ ਦਸ਼ਾ ਦਾ ਵੀ ਪਤਾ ਲੱਗਦਾ ਸੀਗਾ ਤੁਹਾਡੇ ਕੋਲ,
तो मतलब आर्थिक भी हो सकता है, राजनीतिक भी हो सकता है, और कई ਥਾਂ ਤੇ ਤੁਹਾਨੂੰ ਸਿੱਕੇ ਸਮਾਜਿਕ ਦਾ ਵੀ ਦੱਸਣਗੇ। ਸੋ ਮਤਲਬ ਬੈਟਰ ਆਪਸ਼ਨ ਜਿਹੜੀ ਹੈ ਨਾ ਇਕੋਨਮੀ ਨਾਲ ਰਿਲੇਟਡ, ਇਕੋਨੋਮੀ ਲਾ ਲਓ, ਇਕੋਨੋਮੀ ਮੈਨੇ ਤਾਂ ਆਰਥਿਕ ਦਸ਼ਾ ਜ਼ਿਆਦਾ ਬੈਟਰ ਆਪਸ਼ਨ ਹੈ। ਜੇ ਨਾ ਲੱਗੀ ਹੋਈ ਕਿਸੇ ਬੰਦੇ ਨੇ ਆ ਲਾਈ ਹੋਊਗੀ ਬਈ, ਸੋ ਬੈਟਰ ਸਟਿਲ ਆਰਥਿਕ ਹੈਗੀ ਹੈ। ਬਾਕੀ ਤੁਸੀਂ ਜੇ ਇਸ ਕੁਐਸਚਨ 'ਚ ਮੈਂ ਤੁਹਾਨੂੰ ਕਿ ਤੁਹਾਡੇ ਟੀਚਰ ਨਾਲ ਜ਼ਰੂਰ ਕੰਸਲਟ ਕਰ ਲਿਓ ਤੁਹਾਡੇ ਕੋਲ, ਕਿਉਂਕਿ ਵਿਊ ਡਿਫਰੈਂਟ ਹੁੰਦਾ ਇੱਕ। ਅੰਗਰੇਜ਼ਾਂ ਨੇ ਆਪਣੇ ਸਾਮਰਾਜ ਵਿੱਚ ਵਿਸਥਾਰ ਕਿਵੇਂ ਕੀਤਾ? ਡਾਕਟਰੀਨ ਆਫ ਲੈਪਸੀ, ਲੈਪਸ ਦੀ ਨੀਤੀ ਨਾਲ ਵਿਸਥਾਰ ਕੀਤਾ ਸੀਗਾ। ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ, तो इसनों बड़ा ले जाना जी मैं क्वेश्चन ਨੂੰ, ਕਿਉਂਕਿ मैं 19 क्वेश्चन ਤੇ ਤਾਂ ਆ ਹੀ ਗਿਆ ਤੁਹਾਡੇ ਕੋਲ। ਸੋ ਫਿਰ 2 ਵੀਡੀਓ ਕੀ ਕਰਨੇ ਨੇ। ਠੀਕ ਹੈ ਜੀ। ਸੋ ਚਲੋ ਜੀ ਹੌਸਲੇ ਨਾਲ, 2 ਵੀਡੀਓ ਦਾ ਸਿਰਫ ਇੱਕ ਪਰਪਸ ਹੁੰਦਾ ਜੀ ਬਈ ਆਰਾਮ ਨਾਲ ਇੰਟਰਨੈਟ ਤੇ ਛੋਟਾ ਵੀਡੀਓ ਚੜ ਜਾਂਦਾ, ਬੜੇ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਹੈ। ਠੀਕ ਹੈ, ਮੋਬਾਈਲ ਨਾਲ ਤਾਂ ਫਿਰ ਚੜਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈਗਾ। ਸੋ ਜਿਹੜਾ ਹੈਗਾ ਤੁਹਾਡੇ ਕੋਲ, ਠੀਕ ਹੈ, ਦੇਖੋ ਕੀ ਕਹਿ ਰਹੇ, ਅੰਗਰੇਜ਼ਾਂ ਨੇ ਸਾਮਰਾਜ ਦਾ ਸਹਾਇਕ ਸੰਧੀ ਵੀ ਓਕੇ ਸੀ ਜੀ, ਤੁਸੀਂ ਲੈਪਸ ਦੀ ਨੀਤੀ ਵੀ ਓਕੇ, ਸਾਰੀਆਂ ਆ ਉਪਰੋਕਤ ਸਾਰੇ ਮੈਂ ਦੇਖਿਆ ਨਹੀਂ ਪਹਿਲਾਂ ਯੁੱਧ ਲੜ ਕੇ, ਤਾਂ ਇੱਥੇ ਉਪਰੋਕਤ ਸਾਰੇ ਲਾ ਲਓ ਜੀ, ਜ਼ਿਆਦਾ ਬੈਟਰ ਹੈ। ਪਹਿਲਾਂ ਨੀਚੇ ਸੀ ਸਕਰੋਲ ਨਹੀਂ ਕੀਤਾ। ਸੋ ਉਪਰੋਕਤ ਸਾਰੇ ਵੀ ਯੁੱਧ ਨਾ ਹਰਾਂਦਾ, ਯੁੱਧ ਨਾ ਹਰਾ ਦੋ। ਡਾਕਟਰੀਨ ਆਫ ਲੈਪਸ ਸੀਗੀ ਵੀ ਜਿਹਦਾ ਕੋਈ ਉੱਤਰਾਧਿਕਾਰੀ ਨਹੀਂ ਹੈਗਾ, ਗੋਦ ਨਹੀਂ ਲੈ ਸਕਦਾ। ਸੋ ਆਹ ਆਪਸ਼ਨ ਲੈ ਲਓ ਜੀ, ਆਹ ਬੈਟਰ ਹੈ ਤੁਹਾਡੇ ਕੋਲ। ਠੀਕ ਹੈ ਜੀ। ਖੇਤੀ ਦੇ ਵਪਾਰੀਕਰਨ ਤੋਂ ਬਾਅਦ ਕਿਸਾਨ ਕਿਹੜੀਆਂ ਫਸਲਾਂ ਬੀਜਣ ਲੱਗੇ? ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਵਪਾਰੀਕਰਨ ਮਤਲਬ ਵਪਾਰ ਹੋ ਗਿਆ। ਫਿਰ ਅੱਗੇ ਤਾਂ ਜਦੋਂ ਨਹੀਂ ਸੀ ਵਪਾਰੀਕਰਨ, ਜਿਹੜੀ ਜ਼ਰੂਰਤ ਸੀ ਉਹੀ ਬੀਜਦੇ ਸੀਗੇ। ਠੀਕ ਹੈ, ਹੁਣ ਕਪਾਹ ਵੀ ਹੋ ਗਈ, ਗੰਨਾ ਵੀ ਹੋ ਗਿਆ, ਸਭ ਕੁਛ ਹੀ ਹੁੰਦਾ, ਕਿਉਂਕਿ ਗੰਨੇ ਵਾਲੇ ਫੈਕਟਰੀਆਂ ਵਾਲੇ ਲੈ ਜਾਂਦੇ ਆ, ਕਪਾਹ ਵਾਲੇ ਕੱਪੜਾ ਬਣਨ ਲੱਗ ਜਾਂਦਾ, ਅਦਰਵਾਈਜ਼ ਪਹਿਲਾਂ ਇੱਦਾਂ ਦਾ ਕੁਛ ਨਹੀਂ ਸੀਗਾ। ਠੀਕ ਹੈ। ਸੋ 1857 ਈਸਵੀ ਦੇ ਵਿਦਰੋਹ ਦੇ ਕੀ ਸਿੱਟੇ ਨਿਕਲੇ? ਵਿਦਰੋਹ ਦੇ ਕੀ ਸਿੱਟੇ ਨਿਕਲੇ ਤੁਹਾਡੇ ਪਾਸ? ਠੀਕ ਹੈ ਜੀ। ਹੁਣ ਦੇਖੋ ਕੁਐਸਚਨ ਜਿਹੜਾ ਹੈਗਾ ਇਹ ਤੁਹਾਡੇ ਕੋਲ, ਵਿਦਰੋਹ ਹੋ ਗਿਆ। ਠੀਕ ਹੈ, ਈਸਟ ਇੰਡੀਆ ਕੰਪਨੀ ਖਤਮ ਹੋ ਗਈ, ਭਾਰਤ ਅਤੇ ਇੰਗਲੈਂਡ ਦੇ ਬਾਦਸ਼ਾਹ ਸਿੱਧਾ ਸ਼ਾਸਨ ਹੋ ਗਿਆ, ਗਵਰਨਰ ਜਨਰਲ ਨੂੰ ਵਾਇਸਰਾਏ, ਇਹ ਸਾਰੇ ਆ ਜਾਣਗੇ ਜੀ ਤੁਹਾਡੇ ਕੋਲ। ਸੋ ਸਾਰੀਆਂ ਆਪਸ਼ਨਾਂ ਹੀ ਕਰੈਕਟ ਹੈ। ਹੇਠ ਲਿਖਿਆਂ ਵਿੱਚੋਂ ਚਾਹ ਦੀ ਖੇਤੀ ਬਾਰੇ ਕਿਹੜਾ ਕਥਨ ਸਹੀ ਹੈ? ਚਾਹ ਦੀ ਖੇਤੀ ਦੁਆਰਾ, ਠੀਕ ਹੈ ਜੀ। ਸੋ ਈਸਵੀ ਅਸਾਮ ਦੀ ਟੀ ਕੰਪਨੀ ਦੀ ਸਥਾਪਨਾ, ਅੰਗਰੇਜ਼ਾਂ ਦੁਆਰਾ ਚਾਹ ਦਾ ਪਹਿਲਾ ਬਾਗ 1852 ਈਸਵੀ ਵਿੱਚ ਲਾਇਆ ਗਿਆ। ਠੀਕ ਹੈ ਜੀ। ਸੋ ਇਹ ਹੋ ਗਈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ, ਕਿਸ ਅੰਗਰੇਜ਼ ਅਫਸਰ ਨੇ ਅੰਗਰੇਜ਼ੀ ਭਾਸ਼ਾ ਨੂੰ ਤੁਹਾਡੇ ਪਾਸ ਇੰਡੀਆ ਵਿੱਚ, ਠੀਕ ਹੈ। ਸੋ ਕੁਛ ਲੋਕ ਫੇਵਰ ਵੀ ਕਰਦੇ ਹੈ ਤੁਹਾਡੇ ਪਾਸ ਲਾਰਡ ਮੈਕਾਲੇ ਨੂੰ, ਕਿਉਂਕਿ ਇੰਗਲਿਸ਼ ਭਾਸ਼ਾ ਲੈ ਕੇ ਆਇਆ। ਜਦੋਂ ਆਪਾਂ ਨੂੰ ਇੰਗਲਿਸ਼ ਭਾਸ਼ਾ ਆਉਣ ਲੱਗ ਗਈ, ਆਪਾਂ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਸਮਝ ਆਉਣ ਲੱਗ ਗਈਆਂ, ਆਪਾਂ ਉਹਨਾਂ ਨਾਲ ਕਮਿਊਨੀਕੇਟ ਕਰਨ ਲੱਗ ਗਏ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਇੰਗਲਿਸ਼ ਨਿਊਜ਼ਪੇਪਰ ਆਪਾਂ ਨੂੰ ਸਮਝ ਆਉਣ ਲੱਗ ਗਏ। ਬਟ ਇਹ ਜਿਹੜਾ ਮੈਕਾਲੇ ਸੀਗਾ, ਚਲੋ ਇਸ ਚੀਜ਼ ਕਰਕੇ ਤੈਨੂੰ ਮੋਢੀ ਮੰਨਿਆ ਜਾਂਦਾ ਸੀ, ਬਟ ਇਹ ਜਿਹੜਾ ਹੈਗਾ ਇੰਗਲਿਸ਼ ਨੂੰ ਇੰਨਾ ਕਿ ਕਹਿੰਦਾ ਸੀ ਤੇ ਦੂਜੀਆਂ ਭਾਸ਼ਾਵਾਂ ਨੂੰ ਇਹ ਕੁਛ ਗਿਣਦਾ ਹੀ ਨਹੀਂ ਸੀ। ਇਹ ਐਂ ਕਹਿੰਦਾ ਸੀ ਵੀ ਅਗਰ ਇੰਗਲਿਸ਼ ਦੀ ਇੱਕ ਸੈਲਫ ਲੈ ਲਈਏ ਕਿਤਾਬਾਂ ਦੀ, ਇੱਕ ਸੈਲਫ 'ਤੇ 20-50 ਕਿਤਾਬਾਂ ਇੰਗਲਿਸ਼ ਦੀਆਂ ਆਪਾਂ ਲੈ ਲਈਏ, ਅਤੇ ਇੰਡੀਆ ਦਾ ਸਾਰਾ ਲਿਟਰੇਚਰ ਲੈ ਲਈਏ ਪੂਰਾ, ਇੰਡੀਆ 'ਚ ਜਿੰਨੀਆਂ ਵੀ ਕਿਤਾਬਾਂ ਅੱਜ ਤੱਕ ਛਪੀਆਂ, ਤਾਂ ਵੀ ਇੰਗਲਿਸ਼ ਦਾ ਪਲੜਾ ਭਾਰੀ ਰਹੇਗਾ। ਤਾਂ ਉਸ ਕਰਕੇ ਫਿਰ ਇਹਦਾ ਵਿਰੋਧ ਵੀ ਹੋਇਆ ਸੀਗਾ ਤੁਹਾਡੇ ਕੋਲ। ਠੀਕ ਹੈ, ਅਤੇ ਚੱਲੀਏ ਜੀ ਅੱਗੇ ਆਪਾਂ। ਕੁਦਰਤ ਦੀ ਨਜ਼ਰ ਵਿੱਚ ਸਾਰੇ ਵਿਅਕਤੀ ਸਮਾਨ ਹਨ, ਪਰੰਤੂ ਸਦੀਆਂ ਤੋਂ ਹੀ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਹੈ। ਠੀਕ ਹੈ, ਬਹੁਤ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਮਾੜਾ ਸਮਝ ਕੇ ਬੁਰਾ ਸਲੂਕ ਕੀਤਾ ਜਾਂਦਾ ਹੈ, ਇਸ ਵਿਤਕਰੇ ਨੂੰ ਕੀ ਨਾਂ ਦਿੱਤਾ ਜਾਂਦਾ ਹੈ? ਠੀਕ ਹੈ ਜੀ। ਸੋ ਜਾਤਾਂ ਪਾਤਾਂ ਵਰਡ ਆ ਗਿਆ, ਜਾਤੀਵਾਦ ਦਿੱਤਾ ਜਾਂਦਾ ਜੀ ਨਾ। ਹਰ ਕੰਵਲ ਦੇ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ, ਉਸਦੇ ਸਹੁਰਿਆਂ ਵਾਲਿਆਂ ਨੇ ਉਸ ਤੋਂ ਪੁੱਛਿਆ ਕਿ ਦਾਜ ਵਿੱਚ ਕੀ ਲੈਣਾ ਹੈ। ਹਰ ਕੰਵਲ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਸ ਕੁਰੀਤੀ ਨੂੰ ਕਾਨੂੰਨ ਦੁਆਰਾ ਜੁਰਮ ਕਰਾਰ ਦਿੱਤਾ ਗਿਆ ਹੈ। ਤੁਸੀਂ ਕੀ ਇਸ ਕਾਨੂੰਨ ਦਾ ਨਾਂ ਦੱਸ ਸਕਦੇ ਹੋ? ਦੇਖੋ ਸਾਫ ਹੀ ਤਾਂ ਲਿਖਿਆ ਹੋਇਆ, ਦਾਜ ਲੈਣ ਤੋਂ ਇਨਕਾਰ ਕਰ ਦਿੱਤਾ ਦਾ। ਠੀਕ ਹੈ ਜੀ। ਸੋ ਲੋਕੀ ਗਿਫਟ ਲੈਂਦੇ, ਲੋਕੀ ਦਾਜ ਥੋੜ੍ਹੀ ਲੈਂਦੇ ਆ। ਅਗਲਾ ਦਾਜ ਕਹਿੰਦਾ, ਦਾਜ ਰੋਕੂ ਕਾਨੂੰਨ ਹੈ ਨਾ, ਜੇ ਤੁਸੀਂ ਕਿਤੇ ਕਹੋਗੇ ਮੈਂ ਲਿਖਤੀ 'ਚ ਮੈਂ ਤਾਂ ਦਾਜ ਲੈਣਾ, ਤੁਸੀਂ ਕੁਛ ਨਹੀਂ ਕਹਿੰਦੇ, ਤੁਸੀਂ ਤਾਂ ਕਹਿੰਦੇ ਗਿਫਟ ਦਿੱਤਾ ਜੀ ਤੁਹਾਡੇ ਪਾਸ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ, ਇਸ ਕਰਕੇ ਚੱਲੀ ਸਾਰਾ ਕੁਝ ਜਾਂਦਾ ਹੈ ਦਾਜ ਰੋਕੂ ਕਾਨੂੰਨ। ਇਹਦਾ ਮਤਲਬ ਅਵੇਅਰਨੈਸ ਚਾਹੀਦੀ ਹੈ ਜੀ ਤੁਹਾਡੇ ਪਾਸ। ਠੀਕ ਹੈ, ਅਗਰ ਅਵੇਅਰਨੈਸ ਹੈ, ਠੀਕ ਹੈ, ਤਾਂ ਇਹ ਹਟ ਸਕਦੀ, ਅਦਰਵਾਈਜ਼ ਕੁਛ ਨਹੀਂ। ਅਗਲੇ ਕੁਐਸਚਨ 'ਚ ਫਿਰ ਥੋੜ੍ਹੀ ਜਿਹੀ ਕਨਫਿਊਜ਼ਨ ਹੈ, ਉਹ ਕੀ ਕਨਫਿਊਜ਼ਨ ਹੈਗੀ ਹੈ ਤੁਹਾਡੇ ਕੋਲ? ਠੀਕ ਹੈ, ਨੇਹਾ ਅਤੇ ਸੁਰੇਸ਼, ਦੇਖੋ ਨੇਹਾ ਨਾਲ ਔਰਤ ਲਿਖਤਾ, ਇੱਕ ਹੀ ਫਰਮ ਵਿੱਚ ਕੰਮ ਕਰਦੇ ਹਨ। ਨੇਹਾ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਸੁਰੇਸ਼ ਨੂੰ ਵੱਧ ਵੇਤਨ ਮਿਲਦਾ ਹੈ।
ਇੱਕ ਹੀ ਫਰਮ ਵਿੱਚ ਕੰਮ ਕਰਦੇ ਹਨ। ਨੇਹਾ ਕਿਸ ਐਕਟ ਦੇ ਅਧੀਨ ਬਰਾਬਰ ਕੰਮ ਬਰਾਬਰ ਤਨਖਾਹ ਲਈ ਕੋਰਟ ਵਿੱਚ ਜਾ ਸਕਦੀ ਹੈ। ਠੀਕ ਹੈ ਜੀ। ਹੁਣ ਇੱਥੇ ਹੈ ਕਿ ਕੋਰਟ ਵਿੱਚ ਜਾਣਾ ਹੈ, ਵਕੀਲ 15 ਨਾਲ ਵੀ ਕੇਸ ਲਾ ਸਕਦਾ ਹੈ, ਵਕੀਲ 16 ਨਾਲ ਵੀ ਕੇਸ ਲਾ ਸਕਦਾ ਹੈ। ਹੁਣ ਆਪਾਂ ਜੇ ਧਿਆਨ ਨਾਲ ਦੇਖੀਏ 15 ਕੀ ਹੈਗਾ ਤੁਹਾਡੇ ਕੋਲ। ਠੀਕ ਹੈ, 15 ਔਰ 16 ਦੋਨੋਂ ਤਰ੍ਹਾਂ ਮੈਂ ਵੀ ਲਾ ਸਕਦਾ। 15 ਵਿੱਚ ਕੀ ਹੈ, ਫॉरबिड डिस्क्रिमिनेशन ऑन द बेसिस ऑफ रेस। ठीक है, मतलब कुल मिला के पंजाबी च जे मैं कहां तुहाडे कोल है, ठीक है बई 15 नंबर ये कह रहा है कि तुसी किसी नाल जिहड़ा जात के आधार ते, लिंग के आधार ते, तुसी दी प्लेस ऑफ बर्थ के आधार ते, ठीक है जी, तुसी किसी नाल डिस्क्रिमिनेशन नहीं कर सकते। ठीक है जी, मतलब जिहड़ा तुहाडा 15 नंबर अनुच्छेद है वो की कह रहा है, 15 नंबर अनुच्छेद फॉरबिड, फॉरबिड मैंने हुंदा रोकदा है तुहानू। ठीक है, नाले तुहानू इंग्लिश पता लग जूगी तुहाडे पास। फॉरबिड, ठीक है, डिस्क्रिमिनेशन पक्षपात, फॉरबिड, फॉरबिड मैंने रोकना, डिस्क्रिमिनेशन पक्षपात ऑन द ग्राउंड ऑफ, ऑन द ग्राउंड ऑफ, गल ध्यान ना समझना, वीडियो बंद करके नहीं भज लीदा, ऑन द ग्राउंड ऑफ, ठीक है, किस बेस ते, रिलीजन, ऑन द ग्राउंड ऑफ रिलीजन, रेस, कास्ट, सैक्स, ठीक है, प्लेस ऑफ बर्थ। ਹੁਣ ਤੁਸੀਂ ਆਪਣੇ ਕੁਐਸਚਨ 'ਚ ਦੇਖੋ, ਆਪਣੇ ਕੁਐਸਚਨ ਦੇ ਵਿੱਚ ਕੀ ਹੈਗਾ ਤੁਹਾਡੇ ਪਾਸ। ਹੁਣ ਆਪਣੇ ਕੁਐਸਚਨ ਦੇ ਵਿੱਚ ਗੱਲ ਹੋ ਰਹੀ ਹੈ ਨੇਹਾ ਇਹ ਇੱਕ ਮਰਦ ਹੈ ਤੇ ਔਰਤ ਹੈ। ਠੀਕ ਹੈ, ਤੁਹਾਨੂੰ ਡਿਸਕ੍ਰਿਮੀਨੇਟ ਕਿੱਥੇ ਕੀਤਾ ਜਾ ਰਿਹਾ ਹੈਗਾ ਤੁਹਾਡੇ ਕੋਲ। ਸੋ ਮੈਂ ਕਲਰ ਚੇਂਜ ਕਰਦਾ ਜੀ। ਸੋ ਦੇਖੋ ਕਹਿੰਦਾ ਨੇਹਾ ਔਰਤ ਹੈ, ਸੁਰੇਸ਼ ਮਰਦ ਹੈ। ਠੀਕ ਹੈ, ਇੱਕ ਹੀ ਫਰਮ ਵਿੱਚ ਨੇਹਾ ਨੂੰ ਔਨ ਦੀ ਬੇਸਿਸ ਆਫ ਜੈਂਡਰ, मतलब कि एक औरत है इस करके घट काम कर रही है या इनू तनख्वाह नहीं दी जा रही। तो देखो ये कहता फॉरबिड डिस्क्रिमिनेशन ऑन द ग्राउंड ऑफ, इत्थे लिखे सैक्स, सैक्स मैंने जेंडर। ठीक है, जेंडर के आधार पर, लिंग के आधार पर तुसीं इहदा मतलब कुड़ी काम करूगी तो भी उन्होंने उन्नी तनख्वाह मिलनी है जिन्नी मुंडा काम करूगा। इहदा मतलब उहदा वकील इस अनुच्छेद के अंडर मुकदमा ला सकता है। ठीक है जी, जिहड़ा हैगा तुहाडे कोल तो ਜਿਹੜਾ ਦੂਸਰੀ ਆਹ ਵਾਲੀ अनुच्छेद है ਇਹਦੇ ਵਿੱਚ ਧਾਰਾ ਇਹ 'ਚ ਉਹਨੇ ਕੀ ਲਾਣਾ ਹੈ, ਇਹਨੇ ਉਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲ। ਸੋ ਆਟੋ ਦੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਕੋਲ। ਠੀਕ ਹੈ, ਸੋ ਮੇਰਾ ਘਰ ਜਿੱਥੇ ਉਹ ਗਲੀ ਚਲਦੀ ਬਹੁਤ ਹੈ ਤੁਹਾਡੇ ਕੋਲ। ਠੀਕ ਹੈ, ਸੋ ਉੱਥੇ ਆਟੋ ਟਰਾਲੀਆਂ ਟਰੱਕਾਂ ਦੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ। ਠੀਕ ਹੈ, ਸੋ ਜਿਹੜਾ ਹੈਗਾ ਤੁਹਾਡੇ ਕੋਲ अनुच्छेद 16 ਕੀ ਹੈ, ਮੈਂ ਤਾਂ ਦੱਸ ਰਿਹਾ ਵਾਂ ਤੁਹਾਡੇ ਪਾਸ क्योंकि किसी के टीचर ने 16 भी लगवाना है। फिर मैं ये कह रहा 16 वाले ने गलत नहीं लगवाना है। 16 वाले की सोच किस तरह, 16 जोड़ा है तुहाडे पास उहदे विच की हुंदा इक्वैलिटी ऑफ अपॉर्चुनिटीज़ इन दी मैटर ऑफ पब्लिक अपॉइंटमेंट। वैसे नहीं लगना चाहिए। ठीक है, लिखा तुहाडे पास इक्वैलिटी ऑफ अपॉर्चुनिटीज़ अपॉर APPORTUN लिख के देख लीजिए। इक्वालिटी ऑफ अपॉर्चुनिटी इन दी मैटर ऑफ पब्लिक पॉइंट, इन मैटर ऑफ पब्लिक PUBLIC पब्लिक। जो आप लैपटॉप पर लिखते हैं ना तो अच्छी राइटिंग नहीं लिखी जाती, मतलब इन्नी गंदी राइटिंग पेज पर नहीं है मेरी। मैटर ऑफ पब्लिक अपॉइंटमेंट, ठीक है, इंप्लॉयमेंट कह लो चाहे इंप्लॉयमेंट, मतलब ਤੁਹਾਨੂੰ ਜਿਹੜਾ ਹੈਗਾ ਏ ਇੰਪਲਾਇਮੈਂਟ ਦੇਣ ਲਈ, ਇੱਕ ਤਰ੍ਹਾਂ ਦਾ ਕੰਮ ਦੇਣ ਲਈ ਇਕੁਅਲ ਓਪਰਚੁਨਿਟੀਜ਼ ਦੇਣੀਆਂ ਚਾਹੀਦੀਆਂ। मतलब ਇਹ ਆਰਟੀਕਲ ਐ ਕਹਿੰਦਾ ਜੇ ਇੱਕੋ ਤਰ੍ਹਾਂ ਦਾ ਕੰਮ ਰੱਖੋਗੇ ਤਾਂ ਇਕੁਅਲ ਓਪਰਚੁਨਿਟੀਜ਼ ਦੋਗੇ। ਠੀਕ ਹੈ ਜੀ, ਸੋ ਬੈਟਰ ਉਹ ਹੈ ਜੀ ਤੁਹਾਡੇ ਪਾਸ, ਕਿਉਂਕਿ ਜਦੋਂ ਕੁਐਸਚਨ ਹੈ, ਕੁਐਸਚਨ ਦੀ ਸਟ੍ਰੈਸ ਮਰਦ ਔਰ ਔਰਤ ਤੇ ਹੈ, ਇਹਦਾ मतलब ਔਨ ਦੀ ਬੇਸਿਸ ਆਫ। ਸੋ ਮੇਰੇ ਵੱਲੋਂ ਉਹ ਕੁਐਸਚਨ ਨੰਬਰ 15 ਹੀ ਹੈ। सो किते 16 लिखा मिल जाए, थोड़े टीचर ने 16 करवाया होवे, दैन उस तो पुछ जरूर लेना भी बेस किहड़ा लै रहे आपां। किसी देश का मुखी राष्ट्रपति हुंदा है, उस तरह राज के मुखी नूं की कहते हैं, राजपाल कहते हैं जी तुहाडे कोल। ठीक है जी, उस तो बाद लाजमी और मुफ्त सिक्ख्या 6 तो 14 साल वाले बच्चों नूं हैगी है। सो ये भी हो गया जी। पानी बिजली और सेल सहूलतां दियां किहड़ियां सेवावां विच आउंदियां हन। ठीक है,
ਇਹ ਸਾਰੀਆਂ ਜਨ ਉਪਯੋਗੀ ਸੇਵਾਵਾਂ ਹੈ ਜੀ, ਕੀ ਪਬਲਿਕ ਲਈ ਤੁਹਾਡੇ ਕੋਲ, ਠੀਕ ਹੈ ਜੀ। ਸੋ ਜੋ ਕਿ ਗਵਰਨਮੈਂਟ ਨੇ ਤੁਹਾਨੂੰ ਪ੍ਰੋਵਾਈਡ ਕਰਨੀਆਂ ਹੀ ਕਰਨੀਆਂ ਹੁੰਦੀਆਂ ਨੇ, ਠੀਕ ਹੈ ਜੀ। ਚਲਿਏ ਜੀ ਅੱਗੇ, ਲਾਸਟ ਕੁਐਸਚਨ ਰਹਿ ਗਿਆ। ਸੋ ਇੱਕ ਵੀਡੀਓ ਹੈ ਜਿਹੜੀ ਮੈਂ ਇਕੱਠੀ ਕਰਤੀ ਲਾਸਟ ਵਾਲੀ, ਸੋ ਇਹ ਤੁਹਾਨੂੰ ਦੇਖਣ 'ਚ ਵੀ ਥੋੜ੍ਹੀ ਜਿਹੀ ਹੌਸਲਾ ਕਰਨਾ ਪੈਣਾ, 20 ਮਿੰਟ ਲਾਉਣੇ ਪੈਣੇ, ਠੀਕ ਹੈ। ਇਹ ਤਾਂ ਇੱਦਾਂ ਹੀ ਕੁਐਸਚਨ ਹੈ, ਸਮਝ ਲਓ। ਜਨਸੰਖਿਆ ਤਾਲਿਕਾ ਅਨੁਸਾਰ ਕਿਸ ਰਾਜ ਦੀ ਜਨਸੰਖਿਆ ਗੁਜਰਾਤ ਦੀ ਸੰਖਿਆ ਦਾ ਲਗਭਗ 9ਵਾਂ ਹਿੱਸਾ ਹੈ? ਪਹਿਲਾਂ ਗੁਜਰਾਤ ਦੀ ਚੱਕ ਲਓ, ਆ ਰਹੀ ਹੈ ਨਾ। ਹੁਣ ਐਸੀ ਚੱਕਣਾ ਜਿਹਨੂੰ 9 ਨਾਲ ਗੁਣਾ ਕਰੇ ਤੇ ਨੀਅਰਲੀ ਇਹਦੇ ਨੇੜੇ ਪਹੁੰਚੋ। 300 ਨੂੰ 2 ਨਾਲ ਗੁਣਾ ਕਰੇ ਤੇ ਪਹੁੰਚੋਗੇ, 400 ਨੂੰ ਤਾਂ ਜਿਹੜਾ ਹੈਗਾ 9 ਨਾਲ ਬਹੁਤ ਦੂਰ ਚਲੇ, 100 ਨੂੰ 9 ਨਾਲ। ਸੋ ਆਹ ਹੋਏਗਾ ਜੀ 68.6। ਸੋ 68.6 ਜਿਹੜੀ ਹੈਗੀ ਆ ਉਹ ਹਿਮਾਚਲ ਪ੍ਰਦੇਸ਼ ਦੀ ਹੈ ਲਗਭਗ। 68.6 ਨੂੰ 10 ਨਾ ਕਰੋਗੇ 680 ਆਉਂਦਾ, 9 ਨਾ ਕਰੋਗੇ ਤਾਂ ਆ ਜਾਏਗਾ। ਤੋ ਇਹਦਾ ਮਤਲਬ ਹੈ ਹਿਮਾਚਲ ਪ੍ਰਦੇਸ਼ ਤੁਹਾਡਾ ਆਨਸਰ ਹੋਏਗਾ ਜੀ, ਠੀਕ ਹੈ। ਇਹਨੂੰ 9 ਨਾਲ ਗੁਣਾ ਕਰੇ ਤੇ ਉਹਨੇ ਇਹੀ ਪੁੱਛਿਆ ਗੁਜਰਾਤ ਦੀ ਸੰਖਿਆ ਦਾ ਲਗਭਗ 9ਵਾਂ ਹਿੱਸਾ, ਮਤਲਬ ਗੁਜਰਾਤ ਨੂੰ 1/, ਮਤਲਬ ਸਿੰਪਲ ਜੀ ਉਹ ਐਂ ਕਹਿ ਲਓ ਤੁਸੀਂ ਤਾਂ ਵੀ ਚੱਲ ਜੂਗਾ। ਇਹਨੂੰ 1/9 ਨਾਲ ਗੁਣਾ ਕਰ ਦਿਓ, 9ਵਾਂ ਹਿੱਸਾ, ਤਾਂ ਇਹ ਕਿੰਨਾ ਆਉਣਾ ਚਾਹੀਦਾ। ਜੇ ਪੂਰਾ ਪੂਰਾ ਵੰਡੋਗੇ ਵੀ ਤੁਹਾਡੇ ਕੋਲ ਤਾਂ ਵੀ ਤੁਸੀਂ ਦੇਖ ਲਓ, 9 5 45, 9 6 54, 54 ਆ ਗਿਆ ਜੀ, ਠੀਕ ਹੈ। ਸੋ ਜਿਹੜਾ ਹੈਗਾ ਤੁਹਾਡੇ ਪਾਸ ਕਿੰਨਾ ਸੀਗਾ ਜੀ ਟੋਟਲ ਤੁਹਾਡੇ ਕੋਲ, ਇੱਥੇ 6 ਬਚ ਜੂਗਾ ਜੀ, ਇੱਥੇ 4, ਠੀਕ ਹੈ। ਫਿਰ ਤੁਸੀਂ ਕੀ ਕੀਤਾ, 9 7 63, ਠੀਕ ਹੈ। ਸੋ 63 ਆ ਗਿਆ ਤੁਹਾਡੇ ਪਾਸ, 1 ਆ ਗਿਆ, 3 ਆ ਗਿਆ, ਪੁਆਇੰਟ ਉਰੇ ਲੱਗ ਜਾਣਾ, 9 1, ਸੋ 67 ਪੁਆਇੰਟ ਸਮਥਿੰਗ ਹੈ, 68.6 ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਤੁਹਾਡੇ ਕੋਲ। ਸੋ ਠੀਕ ਹੈ ਜੀ। ਸੋ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਉਹਨੇ ਵੀ ਲਗਭਗ ਕੇ ਕਿਹਾ ਸੀਗਾ, ਠੀਕ ਹੈ। ਸੋ ਇੰਨਾ ਕੁ ਤੁਹਾਡਾ ਜਿਹੜਾ ਹੋ ਗਿਆ ਤੁਹਾਡੇ ਕੋਲ। ਸੋ ਲਾਈਕ ਜ਼ਰੂਰ ਕਰ ਦਿਓ ਜੀ, ਕਮੈਂਟ ਜ਼ਰੂਰ ਕਰ ਦਿਓ, ਬਹੁਤ ਬਹੁਤ ਮਿਹਨਤ ਕਰ ਰਹੇ ਆ ਤੁਹਾਡੇ ਲੋਕਾਂ ਲਈ, ਠੀਕ ਹੈ ਜੀ। ਥੈਂਕ ਯੂ।